आज़ादी का अमृत महोत्सव ਨੂੰ ਸਮਰਪਿਤ आज़ादी का सफ़र तहत ਅਸੀਂ ਦੇਸ਼ ਦੀ ਆਜ਼ਾਦੀ 'ਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਅਸੀਂ ਇਸ ਕੜੀ ਤਹਿਤ ਗੱਲ ਕਰਾਂਗੇ ਸਹੋਦਰਨ ਅਯੱਪਨ ਤੇ ਪੀ ਜੀਵਨੰਥਮ ਬਾਰੇ। ਪੇਸ਼ ਹੈ ਇੱਕ ਰਿਪੋਰਟ। ਅੱਜ ਸਹੋਦਰਨ ਅਯੱਪਨ ਦੀ ਜਨਮ ਵਰ੍ਹੇਗੰਢ। केरल के समाज सुधारक और चिंतक अयप्पन का जन्म 21 अगस्त 1899 ਨੂੰ एर्नाकुलम के चेन्नई ਵਿੱਚ ਹੋਇਆ। निष्ठावान राष्ट्रवादी अयप्पन ने 1928 ਵਿੱਚ युक्तिवाद नामी पत्रिका ਕੱਢੀ ਤਾਂ ਜੋ ਸੁਤੰਤਰਤਾ, ਸਮਾਨਤਾ ਅਤੇ ਭਾਈਚਾਰੇ ਦੀ ਭਾਵਨਾ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਜਾਵੇ। ਅਯੱਪਨ ਨੇ ਕੇਰਲ ਮਿਸ਼ਰ ਭੋਜਨਮ ਦਾ ਆਯੋਜਨ ਸ਼ੁਰੂ ਕੀਤਾ। ਮਿਸ਼ਰ ਭੋਜਨਮ ਨੂੰ ਕੇਰਲ ਦੇ ਪੁਨਰ ਜਾਗਰਣ ਅੰਦੋਲਨ ਵਿੱਚ ਮੀਲ ਪੱਥਰ ਮੰਨਿਆ ਜਾਂਦਾ ਹੈ। ਇਸ ਵਿੱਚ ਸਾਰੀਆਂ ਜਾਤਾਂ ਦੇ ਲੋਕਾਂ ਨੇ ਇਕੱਠੇ ਭੋਜਨ ਕੀਤਾ। ਸਮਾਜ ਵਿੱਚ ਭਾਈਚਾਰੇ ਨੂੰ ਹੱਲਾਸ਼ੇਰੀ ਦੇਣ ਲਈ ਅਯੱਪਨ ਨੇ ਸਹੋਦਰਨ ਪੱਤਰਿਕਾ ਸ਼ੁਰੂ ਕੀਤੀ। ਇਸੇ ਦਾ ਹੀ ਅਸਰ ਸੀ ਕਿ ਅਯੱਪਨ ਦੇ ਨਾਂ ਨਾਲ ਸਹੋਦਰਨ ਵੀ ਜੁੜ ਗਿਆ। 6 ਮਾਰਚ 1968 ਨੂੰ ਅਯੱਪਨ ਦੁਨੀਆ ਤੋਂ ਵਿਦਾ ਹੋ ਗਏ, ਪਰ ਕੇਰਲ ਦੇ ਸਮਾਜਿਕ ਅਤੇ ਸੱਭਿਆਚਾਰਕ ਪੁਨਰ ਜਾਗਰਣ ਇਤਿਹਾਸ ਵਿੱਚ ਸਹੋਦਰਨ ਦਾ ਯੋਗਦਾਨ ਹਮੇਸ਼ਾ ਚੇਤੇ ਕੀਤਾ ਜਾਂਦਾ ਰਹੇਗਾ। ਅੱਜ ਦੇਸ਼ ਦੇ ਇੱਕ ਹੋਰ ਮਹਾਨ ਸਪੂਤ ਪੀ ਜੀਵਨਥਮ ਦਾ ਜਨਮ ਦਿਨ ਵੀ ਹੈ। ਉਹਨਾਂ ਦਾ ਜਨਮ ਤਮਿਲਨਾਡੂ ਦੇ ਕੰਨਿਆਕੁਮਾਰੀ ਜ਼ਿਲ੍ਹੇ 'ਚ 21 ਅਗਸਤ 1907 ਨੂੰ ਹੋਇਆ। ਉਹ ਨਾ ਸਿਰਫ ਇੱਕ ਮਹਾਨ ਸੁਤੰਤਰਤਾ ਸੈਨਾਨੀ, ਸਮਾਜਿਕ ਤੇ ਸਿਆਸੀ ਨੇਤਾ ਸਨ, ਸਗੋਂ ਇੱਕ ਵਿਚਾਰਕ, ਬਿਹਤਰੀਨ ਬੁਲਾਰੇ ਤੇ ਪੱਤਰਕਾਰ ਵੀ ਸਨ। ਇਹਨਾਂ ਸਭ ਤੋਂ ਇਲਾਵਾ ਉਹ ਵਾਂਝੇ ਵਰਗ ਦੇ ਲੋਕਾਂ ਦੇ ਅਧਿਕਾਰਾਂ ਲਈ ਲੜਨ ਵਾਲੇ ਪ੍ਰਮੁੱਖ ਨੇਤਾ ਸਨ। ਜਨਤਕ ਜੀਵਨ ਵਿੱਚ ਉਹਨਾਂ ਦਾ ਅਕਸ ਸਾਫ਼ ਸੁਥਰਾ ਰਿਹਾ ਤੇ ਉਹਨਾਂ ਦਾ ਜੀਵਨ ਬਹੁਤ ਗਰੀਬੀ ਵਿੱਚ ਬੀਤਿਆ। ਜੀਵਨਥਮ ਨੇ ਆਪਣਾ ਰਾਜਨੀਤਿਕ ਜੀਵਨ ਗਾਂਧੀਵਾਦੀ ਵਿਚਾਰਧਾਰਾ ਤੋਂ ਪ੍ਰੇਰਿਤ ਹੋ ਕੇ ਸ਼ੁਰੂ ਕੀਤਾ ਸੀ। 1924 ਵਿੱਚ ਉਹਨਾਂ ਵਾਈਕੋਮ ਸੱਤਿਆਗ੍ਰਹਿ ਵਿੱਚ ਭਾਗ ਲਿਆ। ਉਹਨਾਂ ਸੁਚਿੰਦਰਮ ਮੰਦਿਰ ਵਿੱਚ ਅਛੂਤ ਮੰਨੇ ਜਾਣ ਵਾਲੇ ਲੋਕਾਂ ਦੇ ਪ੍ਰਵੇਸ਼ ਕਰਨ ਦੀ ਮੰਗ ਕਰਨ ਵਾਲੇ ਪ੍ਰਦਰਸ਼ਨ ਵਿੱਚ ਵੀ ਹਿੱਸਾ ਲਿਆ। ਸਰਯੂਵਿਆਲ ਆਸ਼ਰਮ ਵਿੱਚ ਆਪਣੇ ਠਹਿਰਾਵ ਦੌਰਾਨ ਉਹਨਾਂ ਗਾਂਧੀ ਜੀ ਨੂੰ ਖਤ ਲਿਖ ਕੇ ਉਹਨਾਂ ਦੇ ਕੁਝ ਸਿਧਾਂਤਾਂ ਤੇ ਗੈਰ ਰਜ਼ਾਮੰਦੀ ਜ਼ਾਹਰ ਕੀਤੀ। ਗਾਂਧੀ ਜੀ ਜਦ ਮਦਰਾਸ ਆਏ ਤਾਂ ਜੀਵਨਥਮ ਦਾ ਖਤ ਗਾਂਧੀ ਜੀ ਦੀ ਜੇਬ ਵਿੱਚ ਸੀ ਅਤੇ ਉਹ ਜੀਵਨਥਮ ਨੂੰ ਮਿਲਣਾ ਚਾਹੁੰਦੇ ਸਨ। ਸਰਯੂਵਿਆਲ ਆਸ਼ਰਮ ਵਿੱਚ ਗਾਂਧੀ ਜੀ ਪਹੁੰਚੇ ਤਾਂ 25 ਸਾਲਾ ਜੀਵਨਥਮ ਨੂੰ ਮਿਲ ਕੇ ਹੈਰਾਨ ਹੋ ਗਏ। ਜੀਵਨਥਮ ਦੀ ਰਾਸ਼ਟਰ ਭਗਤੀ ਨੇ ਉਹਨਾਂ ਨੂੰ ਰਾਸ਼ਟਰੀ ਅੰਦੋਲਨ ਵੱਲ ਮੋੜ ਦਿੱਤਾ ਅਤੇ ਜਾਤ ਆਧਾਰਿਤ ਪੱਖਪਾਤ ਵਿਰੁੱਧ ਉਹਨਾਂ ਆਤਮ ਸਨਮਾਨ ਅੰਦੋਲਨ ਦੀ ਅਗਵਾਈ ਵੀ ਕੀਤੀ। ਜੀਵਨਥਮ ਨੇ ਤਮਿਲਨਾਡੂ ਵਿੱਚ ਕਿਰਤ ਅੰਦੋਲਨ ਨੂੰ ਮਜ਼ਬੂਤ ਕਰਨ ਲਈ ਮੋਹਰੀ ਭੂਮਿਕਾ ਨਿਭਾਈ। ਤਮਿਲ ਕਵੀ ਸੁਬਰਮਣਿਅਮ ਭਾਰਤੀ ਦੇ ਕਾਰਜਾਂ ਦਾ ਉਹਨਾਂ ਦੇ ਜੀਵਨ 'ਤੇ ਬਹੁਤ ਪ੍ਰਭਾਵ ਪਿਆ। ਉਹ ਤਮਿਲ ਸਾਹਿਤ ਦੇ ਚੰਗੇ ਜਾਣਕਾਰ ਅਤੇ ਵਧੀਆ ਬੁਲਾਰੇ ਸਨ। ਜੀਵਨਥਮ ਨੇ ਭਗਤ ਸਿੰਘ ਦੇ ਲੇਖਾਂ ਦਾ ਤਮਿਲ ਭਾਸ਼ਾ ਵਿੱਚ ਅਨੁਵਾਦ ਵੀ ਕੀਤਾ। ਦੇਸ਼ ਆਜ਼ਾਦ ਹੋਣ ਤੋਂ ਬਾਅਦ ਪਹਿਲੀ ਆਮ ਚੋਣਾਂ ਵਿੱਚ ਜੀਵਨਥਮ ਵਿਧਾਇਕ ਬਣੇ ਅਤੇ ਤਮਿਲਨਾਡੂ ਦੇ ਵਿਕਾਸ ਲਈ ਕੰਮ ਕੀਤਾ। ਅੱਜ ਦੇ ਹੀ ਦਿਨ 1940 ਵਿੱਚ ਰਾਸ਼ਟਰਵਾਦੀ ਨੇਤਾਵਾਂ ਨੇ ਵਰਦਾ ਸੰਮੇਲਨ ਵਿੱਚ ਅਗਸਤ ਪ੍ਰਸਤਾਵ ਨੂੰ ਠੁਕਰਾਇਆ। ਦੂਜੇ ਵਿਸ਼ਵ ਯੁੱਧ ਦੌਰਾਨ ਵਾਇਸਰਾਏ ਲਿਨਲਿਥਗੋ ਨੇ ਐਲਾਨ ਕੀਤਾ ਕਿ ਜਰਮਨੀ ਨਾਲ ਯੁੱਧ ਵਿੱਚ ਭਾਰਤ ਵੀ ਬਰਤਾਨੀਆ ਦੇ ਨਾਲ ਹੈ। ਭਾਰਤੀ ਨੇਤਾ ਇਸ ਐਲਾਨ ਤੋਂ ਨਾਰਾਜ਼ ਹੋ ਗਏ ਕਿਉਂਕਿ ਬਰਤਾਨੀਆ ਸਰਕਾਰ ਨੇ ਭਾਰਤ ਦੇ ਲੋਕਾਂ ਦੀ ਸਹਿਮਤੀ ਤੋਂ ਬਿਨਾਂ ਹੀ ਉਹਨਾਂ ਨੂੰ ਯੁੱਧ ਦੀ ਅੱਗ ਵਿੱਚ ਧੱਕ ਦਿੱਤਾ ਸੀ। ਪਰ ਬਰਤਾਨੀਆ ਸਰਕਾਰ ਭਾਰਤ ਦਾ ਸਮਰਥਨ ਲੋਚਦੀ ਸੀ ਕਿਉਂਕਿ ਉਸ ਨੂੰ ਯੁੱਧ ਵਿੱਚ ਹਾਰ ਦਾ ਡਰ ਸੀ। ਵਾਇਸਰਾਏ ਲਿਨਲਿਥਗੋ ਨੇ ਭਾਰਤੀ ਨੇਤਾਵਾਂ ਸਾਹਮਣੇ ਇੱਕ ਪ੍ਰਸਤਾਵ ਰੱਖਿਆ ਜਿਸ ਨੂੰ ਅਗਸਤ ਪ੍ਰਸਤਾਵ ਦਾ ਨਾਂ ਦਿੱਤਾ ਗਿਆ। ਇਸ ਵਿੱਚ ਹੋਰ ਪ੍ਰਸਤਾਵਾਂ ਦੇ ਨਾਲ ਭਾਰਤ ਨੂੰ ਡੋਮੀਨੀਅਨ ਸਟੇਟਸ ਦੇਣ ਦੀ ਗੱਲ ਵੀ ਕਹੀ ਗਈ, ਪਰ ਰਾਸ਼ਟਰਵਾਦੀ ਨੇਤਾਵਾਂ ਨੇ ਇਹ ਪ੍ਰਸਤਾਵ ਠੁਕਰਾ ਦਿੱਤਾ ਅਤੇ ਸੰਪੂਰਨ ਆਜ਼ਾਦੀ ਤੋਂ ਬਿਨਾਂ ਕੁਝ ਵੀ ਸਵੀਕਾਰ ਨਾ ਕਰਨ ਦੀ ਗੱਲ ਤੇ ਅੜੇ ਰਹੇ। ਅਗਸਤ ਪ੍ਰਸਤਾਵ ਅਸਫਲ ਹੋਣ ਮਗਰੋਂ ਮਹਾਤਮਾ ਗਾਂਧੀ ਨੇ ਸਵੈ ਸੇਵਕਾਂ ਨੂੰ ਵਿਅਕਤੀਗਤ ਸੱਤਿਆਗ੍ਰਹਿ ਸ਼ੁਰੂ ਕਰਨ ਦਾ ਸੱਦਾ ਦਿੱਤਾ। ਵਰਦਾ ਦੇ ਸੰਤ ਵਿਨੋਬਾ ਭਾਵੇ ਪਹਿਲੇ ਸਵੈ ਸੇਵਕ ਬਣੇ। ਸੱਤਿਆਗ੍ਰਹਿ ਸਵੈ ਸੇਵਕਾਂ ਨੇ ਇਸ ਦੇ ਨਾਲ ਹੀ ਦਿੱਲੀ ਚਲੋ ਅੰਦੋਲਨ ਵੀ ਸ਼ੁਰੂ ਕਰ ਦਿੱਤਾ। ਇਹ ਸੁਤੰਤਰਤਾ ਸੰਘਰਸ਼ ਵਿੱਚ ਫੈਸਲਾਕੁੰਨ ਮੋੜ ਸੀ। ਵਿਅਕਤੀਗਤ ਸੱਤਿਆਗ੍ਰਹਿ ਤੋਂ ਬਾਅਦ ਇਹ ਸੁਤੰਤਰਤਾ ਦੇ ਸੰਘਰਸ਼ਾਂ ਦਾ ਅੰਤਿਮ ਪੜਾਅ ਸੀ। 1942 ਵਿੱਚ ਗਾਂਧੀ ਜੀ ਨੇ ਭਾਰਤ ਛੱਡੋ ਅੰਦੋਲਨ ਸ਼ੁਰੂ ਕੀਤਾ ਜਿਸ ਦਾ ਨਾਅਰਾ ਸੀ ਕਰੋ ਜਾਂ ਮਰੋ। ਇਸ ਦੇ ਕਾਰਨ ਹੀ ਰਾਸ਼ਟਰ ਨੂੰ ਆਜ਼ਾਦੀ ਮਿਲੀ।